गंजे शहीदां लिखत हकीम अल्लाह यार खां जोगी। साका चमकौर भाग पहला। आवाज भाई गुरजंट सिंह रूपवाली। जिस दम हुए चमकौर में सिंहों के उतारे, चुल्हे हुए शेर थे सब गैज के मारे। आँखों से निकलते थे दलेरों के शरारे, सतगुर के सिवा और गजबनाक थे सारे। गुस्से से नजर जाती थी अफवाज़े अदू पर, तेगे से निगाह पड़ती थी दुश्मन के गलू पर। जदों ਸਿੰਘਾਂ चमकौर विच आके डेरे लाए ਤਾਂ शेर गुस्से विच भरे पए सन। उन्हां बहादरां दीआं ਅੱਖਾਂ ਵਿੱਚੋਂ ਚੰਗਿਆੜੇ ਨਿਕਲਦੇ ਸੀ ਤੇ ਗੁਰੂ ਜੀ ਤੋਂ ਬਿਨਾਂ ਸਾਰੇ ਹੀ ਭਿਆਨਕ ਨਜ਼ਰ ਆਉਂਦੇ ਸਨ। ਗੁੱਸੇ ਵਿੱਚ ਆ ਕੇ ਸਾਰਿਆਂ ਦੀ ਨਿਗਾਹ ਦੁਸ਼ਮਣ ਦੀ ਫੌਜ ਵੱਲ ਜਾਂਦੀ ਸੀ ਤੇ ਹੱਥਾਂ ਵਿੱਚ ਤਲਵਾਰਾਂ ਫੜ ਕੇ ਉਹ ਵੈਰੀ ਦੀਆਂ ਗਰਦਨਾਂ ਵੱਲ ਝਾਕ ਰਹੇ ਸਨ। ਜਬ दूर से दरिया के किनारे नजर आए, डूबे हुए सरसा में प्यारे नजर आए। जे देख के बिखड़े हुए सारे नजर आए, बिफरे हुए सतगुर के दुलारे नजर आए। कहते थे इजाजत ही नहीं है हमें रन की, मट्टी तक उड़ा सकते हैं दुश्मन के चमन की। ਜਦੋਂ ਦੂਰ ਤੋਂ ਦਰਿਆ ਦੇ ਕੰਢੇ ਵੇਖੇ ਤੇ ਬਹੁਤ ਸਾਰੇ ਪਿਆਰੇ ਸਾਥੀਆਂ ਨੂੰ ਸਰਸਾ ਨਦੀ ਦੇ ਪਾਣੀ ਵਿੱਚ ਡੁੱਬਿਆ ਤੱਕਿਆ ਤਾਂ ਸਾਰੇ ਗੁੱਸੇ ਨਾਲ ਤਿਲ ਮਿਲਾ ਗਏ ਤੇ ਗੁਰੂ ਮਹਾਰਾਜ ਦੇ ਪਿਆਰੇ ਪੁੱਤਰ ਰੋਹ ਵਿੱਚ ਆ ਗਏ। ਉਹ ਕਹਿ ਰਹੇ ਸਨ ਕਿ ਸਾਨੂੰ ਮਹਾਰਾਜ ਨੇ ਲੜਨ ਦਾ ਹੁਕਮ ਨਹੀਂ ਦਿੱਤਾ, ਨਹੀਂ ਤਾਂ ਅਸੀਂ ਵੈਰੀ ਦੇ ਬਾਗ ਦੀ ਮਿੱਟੀ ਉਡਾ ਸਕਦੇ ਹਾਂ। तूफान जदा दरिया को अभी पार करेंगे, ठोकर से हर एक मौज को हम वार करेंगे। बद अहद सितमगारों से पैकार करेंगे, हम दोनों ही 10 लाख को फिनहार करेंगे। दादी है किधर माई किधर भाई कहाँ हैं, आँखों से कई खाल से प्यारे भी निहा हैं। पानी नाल चढ़े दरिया नूं असीं हुण पार करांगे, ਅਸੀਂ ਹਰ ਲਹਿਰ ਨੂੰ ਪੈਰਾਂ ਨਾਲ ਪੱਧਰ ਕਰ ਦੇਵਾਂਗੇ। ਇਨ੍ਹਾਂ ਭੈੜੇ ਜ਼ਾਲਮਾਂ ਨਾਲ ਐਸੀ ਲੜਾਈ ਕਰਾਂਗੇ ਕਿ ਦੋਵੇਂ 10 ਲੱਖ ਬੰਦਿਆਂ ਨੂੰ ਬਰਬਾਦ ਕਰ ਦੇਵਾਂਗੇ। ਸਾਡੀ ਦਾਦੀ ਮਾਂ ਤੇ ਭਰਾ ਕਿੱਥੇ ਹਨ ਅਤੇ ਕਈ ਪਿਆਰੇ ਸਿੱਖ ਅੱਖਾਂ ਤੋਂ ਓਹਲੇ ਹੋ ਗਏ ਹਨ। ਧੋਖਾ ਦਿਆ ਹਰ ਸਿੰਘ ਕੋ ਪੈਮਾਨ ਸ਼ਿਕਨੋਂ ਨੇ, बेमहरों ने बेधर्मों ने ईमान शिकनों ने। जब इतना कहा जुल दिया एहसान शिकनों ने, पेशानी पे बल डाले परेशान शिकनों ने। थे ची बाज भी लहर जा शीशे में पड़ी थी, माथे पे पसीना था जा अफशां सी जड़ी थी। ਧੋਖੇਬਾਜ਼ ਦਇਆਹੀਨ ਅਧਰਮੀਆਂ ਅਤੇ ਬੇਈਮਾਨਾਂ ਨੇ ਹਰ ਸਿੰਘ ਨੂੰ ਧੋਖਾ ਦਿੱਤਾ। ਜਦੋਂ ਇੰਨੀ ਗੱਲ ਕਹੀ ਕਿ ਬੇਈਮਾਨਾਂ ਨੇ ਧੋਖਾ ਦਿੱਤਾ ਹੈ ਤਾਂ ਚਿੰਤਾਵਾਂ ਖਤਮ ਕਰਨ ਵਾਲੇ ਸਿੰਘਾਂ ਨੇ ਮੱਥੇ ਉੱਤੇ ਤਿਊੜੀਆਂ ਪਾ ਲਈਆਂ ਤੇ ਗੁੱਸੇ ਦੀ ਲਹਿਰ ਦੌੜ ਗਈ। ਬਹਾਦਰਾਂ ਦੇ ਮੱਥੇ ਉੱਤੇ ਪਸੀਨਾ ਆ ਗਿਆ ਜਿਵੇਂ ਕਣੀਆਂ ਵਰੀਆਂ ਹੋਣ। ਇਤਨੇ ਮੇ ਮੁਖਾਤਿਬ हुए सतगुर गुरु गोबिंद, वो साबर और शाकिर वो बहादुर गुरु गोबिंद। रस्ते में गंवा आए थे 2 दुर गुरु गोबिंद, थे गम की जगह शांति में पुर गुरु गोबिंद। फरमाए वो सबसे नहीं मौका जे गजब का, पूरा जहीं कल होगा इरादा मेरे रब का। इन्हें नूं गुरु गोबिंद सिंह सबर दे पुतले ਅਤੇ ਪਰਮਾਤਮਾ ਦਾ ਸ਼ੁਕਰ ਕਰਨ ਵਾਲੇ ਜੋ 2 ਮੋਤੀ ਪੁੱਤਰ ਰਾਹ ਵਿੱਚ ਗਵਾ ਕੇ ਆਏ ਸਨ ਅਤੇ ਗਮ ਫਿਕਰ ਤਿਆਗ ਸ਼ਾਂਤੀ ਸਰੂਪ ਹੋ ਗਏ ਸਨ, ਸਭ ਨੂੰ ਫਰਮਾਉਣ ਲੱਗੇ ਕਿ ਇਹ ਗੁੱਸੇ ਵਿੱਚ ਆਉਣ ਦਾ ਮੌਕਾ ਨਹੀਂ ਹੈ। ਮੈਂ ਕੱਲ ਇੱਥੇ ਹੀ ਆਪਣਾ ਇਰਾਦਾ ਜ਼ਾਹਰ ਕਰੂੰਗਾ ਜਿਹੜਾ ਰੱਬ ਨੂੰ ਭਾਏਗਾ। ਜਿਸ ਖਿੱਤੇ ਮੇਂ ਕਹਤੇ ਥੇ ਆਨਾ ਜੇ ਵਹੀ ਹੈ, कल लुट के है जिस जगह से जाना जे वही है। जिस जा पे है बच्चों को कटाना जे वही है, मट्टी कह देती है ठिकाना जे वही है। एक मोर्चे में फिर वहीं सरकार दर आए, जा पहुँचे अकाली वहीं सतगुर जिधर आए। ਜਿਹੜੇ ਪਾਸੇ ਅਸੀਂ ਆਉਣਾ ਚਾਹੁੰਦੇ ਸੀ ਇਹ ਉਹੀ ਹੈ ਜਿੱਥੇ ਕੱਲ ਨੂੰ ਅਸੀਂ ਬਰਬਾਦ ਹੋਣਾ ਹੈ।
ਜਿੱਥੇ ਬੱਚਿਆਂ ਨੂੰ ਕਟਾਣਾ ਹੈ ਉਹੀ ਥਾਂ ਹੈ, ਜਿੱਥੇ ਮਿੱਟੀ ਵਿੱਚੋਂ ਠਿਕਾਣਾ ਪ੍ਰਾਪਤ ਕਰਨਾ ਹੈ ਉਹੀ ਹੈ। ਇਹ ਕਹਿ ਕੇ ਉਹ ਇੱਕ ਮੋਰਚੇ ਵਿੱਚ ਚਲੇ ਗਏ ਅਤੇ ਸਾਰੇ ਸਾਥੀ ਅਕਾਲੀ ਜਿੱਧਰ ਸਤਿਗੁਰੂ ਗਏ ਉੱਥੇ ਪੁੱਜ ਗਏ। ਜਬ ਕਿਲਾ में उतरी थी सतगुरु की सवारी, वाह गुरु की फतेह दलेरों ने पुकारी, वो हुमा शेरों का वो आवाज थी भारी, थरा गया चमकौर हुआ जलजला तारी, सकते में खुदाई थी तो हैरत में जहां था, नारा से हुआ चरख भी साकिन जे गुमा था। ਜਦੋਂ ਸਤਿਗੁਰੂ ਕਿਲੇ ਵਿੱਚ ਪੁੱਜ ਗਏ ਤਾਂ ਬਹਾਦਰਾਂ ਨੇ ਵਾਹਿਗੁਰੂ ਦੀ ਫਤਿਹ ਦਾ ਜੈਕਾਰਾ ਲਾਇਆ। ਬਹਾਦਰਾਂ ਦੀ ਚੜ੍ਹਤ ਨੇ ਉਹਨਾਂ ਦੀ ਆਵਾਜ਼ ਬਹੁਤ ਉੱਚੀ ਕਰ ਦਿੱਤੀ ਸੀ, ਜਿਸ ਨੂੰ ਸੁਣ ਕੇ ਸਾਰਾ ਚਮਕੌਰ ਕੰਬ ਉੱਠਿਆ ਤੇ ਮਾਨੋ ਇੱਕ ਭੁਚਾਲ ਆ ਗਿਆ। ਸਾਰੀ ਦੁਨੀਆ ਸੁੰਨ ਹੋ ਗਈ ਤੇ ਸਾਰੀ ਦੁਨੀਆ ਹੈਰਾਨ ਪਰੇਸ਼ਾਨ ਸੀ। ਇੰਜ ਲੱਗਦਾ ਸੀ ਕਿ ਨਾਰਾ ਸੁਣ ਕੇ ਅਸਮਾਨ ਵੀ ਘੁੰਮਣ ਤੋਂ ਰੁਕ ਗਿਆ ਸੀ। खेमे किए इस तादा वहीं उठ के किसी ने, खोली कमर आराम को हर एक जरी ने, रहरास का दीवान सजाया गुरु जी ने, मिलजुल के शरे शाम भजन गाए सभी ने, खाना कई वक्तों से मुयस्सर ना था आया, इस शाम भी शेरों ने कड़ाका ही उठाया। ਉੱਥੇ ਕਿਸੇ ਨੇ ਉੱਠ ਕੇ ਤੰਬੂ ਖੜੇ ਕਰ ਦਿੱਤੇ। ਹਰ ਇੱਕ ਯੋਧੇ ਨੇ ਆਰਾਮ ਕਰਨ ਲਈ ਕਮਰ ਕੱਸੇ ਲਾ ਦਿੱਤੇ। ਗੁਰੂ ਮਹਾਰਾਜ ਨੇ ਰਹਿਰਾਸ ਦਾ ਦੀਵਾਨ ਸਜਾ ਦਿੱਤਾ ਤੇ ਸਾਰਿਆਂ ਨੇ ਮਿਲ ਜੁਲ ਕੇ ਸ਼ਾਮ ਦੇ ਭਜਨ ਗਾਉਣੇ ਆਰੰਭ ਕੀਤੇ। ਕਾਫੀ ਚਿਰ ਤੋਂ ਰਜਵਾਂ ਖਾਣਾ ਨਹੀਂ ਮਿਲਿਆ। ਇਸ ਸ਼ਾਮ ਵੀ ਭੁੱਖੇ ਭਾਣੇ ਰਹਿ ਕੇ ਸਾਰੇ ਬਹਾਦਰਾਂ ਨੇ ਜਾਗਦਿਆਂ ਹੀ ਰਾਤ ਬਿਤਾਈ। कुछ लेट गए खाक पे जी पोश बिछाकर, पहरा लगे देने कई तलवार उठाकर, गोविंद भी शाबबाश हुए खेमा में जाकर, देखा तो वहाँ बैठे हैं गर्दन को चुगाकर, वाहगुरु है मुंह से निकलता, है तू ही तू है मुंह से निकलता। कुछ सिंह धरती ते ਘੋੜੇ ਦੀ ਜ਼ੀਨ ਵਿਛਾ ਕੇ ਪੈ ਗਏ। ਕਈ ਤਲਵਾਰਾਂ ਚੁੱਕ ਕੇ ਪਹਿਰੇ ਤੇ ਖੜੇ ਹੋ ਗਏ। ਗੁਰੂ ਜੀ ਵੀ ਆਪਣੇ ਤੰਬੂ ਵਿੱਚ ਆਰਾਮ ਕਰਨ ਚਲੇ ਗਏ। ਜਦੋਂ ਜਾ ਕੇ ਸਿੰਘਾਂ ਨੇ ਤੱਕਿਆ ਤਾਂ ਵੇਖਿਆ ਕਿ ਉਹ ਗਰਦਨ ਝੁਕਾ ਕੇ ਬੈਠੇ ਹਨ ਤੇ ਉਹਨਾਂ ਦੇ ਮੁਖ ਤੋਂ ਵਾਹਿਗੁਰੂ ਤੂੰ ਹੀ ਤੂੰ ਦੀ ਆਵਾਜ਼ ਆ ਰਹੀ ਸੀ। ਜਬ ਡੇਢ ਘੜੀ ਰਾਤ ਕਈ ਜ਼ਿਕਰੇ ਖੁਦਾ में, खेमे से निकल आ गए सरकार हवा में, कदमों से टहलते थे मगर दिल था दुआ में, बोले ऐ खुदावंद हूँ खुश तेरी रजा में, करतार से कहते थे गोया रूबरू होकर, कल जाऊंगा चमकौर से मैं सुरखरू होकर। ਜਦੋਂ ਵਾਹਿਗੁਰੂ ਯਾਦ ਕਰਦਿਆਂ ਡੇਢ ਘੜੀ ਰਾਤ ਲੰਘ ਗਈ ਤਾਂ ਗੁਰੂ ਜੀ ਤੰਬੂ ਵਿੱਚੋਂ ਨਿਕਲ ਕੇ ਬਾਹਰ ਹਵਾ ਵਿੱਚ ਆ ਗਏ। ਭਾਵੇਂ ਉਹ ਇੱਧਰ ਉੱਧਰ ਟਹਿਲਦੇ ਫਿਰ ਰਹੇ ਸਨ, ਪਰ ਧਿਆਨ ਸਿਮਰਨ ਵੱਲ ਹੀ ਸੀ ਤੇ ਕਹਿ ਰਹੇ ਸਨ ਕਿ ਹੇ ਵਾਹਿਗੁਰੂ ਮੈਂ ਤੇਰੀ ਮਰਜ਼ੀ ਤੇ ਖੁਸ਼ ਹਾਂ। ਮਾਨੋ ਵਾਹਿਗੁਰੂ ਨੂੰ ਕਹਿ ਰਹੇ ਸੀ ਕਿ ਮੈਂ ਕੱਲ ਨੂੰ ਚਮਕੌਰ ਤੋਂ ਜਿੱਤ ਪ੍ਰਾਪਤ ਕਰਕੇ ਜਾਵਾਂਗਾ। ਮੈਂ ਤੇਰਾ ਹੂੰ ਬੱਚੇ ਵੀ ਮੇਰੇ ਤੇਰੇ ਹੈ ਮੌਲਾ, ਥੇ ਤੇਰੇ ਹੀ ਹੈ ਤੇਰੇ रहेंगे तेरे दाता। जिस हाल में रखे तू वही हाल है अच्छा, जो ये शुक्र में आने का ज़बां पर नहीं शिकवा। लेटे हुए हैं खालसा जी आज ज़मीं पर, किस तरह से चैन आए हमें शाहे नशीं पर। रब्बा मैं भी ते मेरे बच्चे भी तेरे हन, हे दाता ਅਸੀਂ ਸਭ ਤੇਰੇ ਸੀ, ਤੇਰੇ ਹਾਂ ਤੇ ਤੇਰੇ ਹੀ ਰਵਾਂਗੇ। ਤੂੰ ਜਿਸ ਹਾਲ ਵਿੱਚ ਰੱਖੇਂਗਾ ਚੰਗਾ ਹੈ। ਜ਼ੁਬਾਨ ਵਿੱਚੋਂ ਸ਼ੁਕਰ ਕਰ ਰਹੇ ਸੀ ਤੇ ਰਤੀ ਭਰ ਵੀ ਕੋਈ ਸ਼ਿਕਵਾ ਨਹੀਂ ਸੀ। ਭਾਵੇਂ ਸਾਰਾ ਖਾਲਸਾ ਧਰਤੀ ਉੱਤੇ ਲੇਟਿਆ ਪਿਆ ਸੀ, ਪਰ ਅਜਿਹੇ ਸਮੇਂ ਸ਼ਾਂਤੀ ਆਸਣ ਉੱਤੇ ਕਿਵੇਂ ਨੀਂਦ ਆ ਸਕਦੀ ਸੀ। ਜੇ ਕਹਿ ਕੇ ਗੁਰੂ ਲਸ਼ਕਰੇ ਖੁਫਤਾ ਮੇਂ ਦਰ ਆਏ, ਪਹਿਰੇ ਪੇ ਜਵਾਂ ਉਂਗਤੇ ਅਕਸਰ ਨਜ਼ਰ ਆਏ। यूं हर जगह खामोश गए बेखबर आए, सोए हुए बच्चे के करीं जो पिदर आए। गरजे के दबे पांव टहलने लगे सतगुर, भक्ति से मुरीदों की बहलने लगे सतगुर।
ਏਦਾਂ ਸੋਚ ਕੇ ਗੁਰੂ ਜੀ ਆਪਣੀ ਸੁੱਤੀ ਫੌਜ ਵਿਚਕਾਰ ਪਰਤੇ। ਵੇਖਿਆ ਕਿ ਪਹਿਰੇ ਤੇ ਖੜੇ ਜਵਾਨ ਊਂਘ ਰਹੇ ਹਨ। ਏਦਾਂ ਉਹ ਚੁੱਪਚਾਪ ਘੁੰਮਦੇ ਰਹੇ, ਜਿਵੇਂ ਕੋਈ ਬਾਪ ਆਪਣੇ ਸੁੱਤੇ ਪਏ ਬੱਚੇ ਦੁਆਲੇ ਘੁੰਮਦਾ ਹੈ। ਹੌਲੀ ਹੌਲੀ ਧਰਤੀ ਤੇ ਪੈਰ ਧਰਦੇ ਤੇ ਘੁੰਮਦੇ ਰਹੇ। ਆਪਣੇ ਸਿੰਘਾਂ ਦੀ ਭਗਤੀ ਵੇਖ ਵੇਖ ਮਨ ਬਹਿਲਾਉਂਦੇ ਰਹੇ। साफे कभी सिंगों के उठाते थे जमीं से, केस इसके जो झाड़े तो ली खाक उसकी जबीं से। सर ठीक किए सरके हुए बारिश ए जी से, तरतीब दी हर चीज को ला ला के कहीं से। खाशा किसी मुर्शिद में जे इसार नहीं है, जे प्यार किसी पीर में जिनहार नहीं है। गुरु जी ਧਰਤੀ ਦੇ ਉੱਤੇ ਪਏ ਸਾਫੇ ਸਿੰਘਾਂ ਦੇ ਚੁੱਕਦੇ, ਕਈਆਂ ਦੇ ਕੇਸ ਝਾੜ ਕੇ ਮਿੱਟੀ ਨੂੰ ਆਪਣੇ ਮਸਤਕ ਤੇ ਲਾਉਂਦੇ ਸਨ। ਸਿਰ ਜੋ ਕਾਠੀ ਦੇ ਤਕੀਏ ਤੋਂ ਸਰਕ ਗਏ ਸੀ ਠੀਕ ਕਰਦੇ ਸਨ ਅਤੇ ਹਰ ਵਸਤ ਨੂੰ ਠੀਕ ਤਰ੍ਹਾਂ ਤਰਤੀਬ ਦਿੰਦੇ ਸਨ। ਆਫਰੀਨ ਹੈ ਕਿ ਕੋਈ ਵੀ ਮੁਰਸ਼ਿਦ ਏਦਾਂ ਪਰ ਸਵਾਰਥੀ ਨਹੀਂ ਦੇਖਿਆ ਤੇ ਨਾ ਹੀ ਏਦਾਂ ਦਾ ਆਪਣੇ ਸੇਵਕਾਂ ਪ੍ਰਤੀ ਪਿਆਰ ਕਿਸੇ ਪੀਰ ਵਿੱਚ ਹੋ ਸਕਦਾ ਹੈ। थे देखते हर एक को गुरु दीदा ए तर से, उल्फत की निगाहों से मोहब्बत की नज़र से। बांधे हुए पटका पे खिदमत थे कमर से, था जागता कोई तो सरक जाते थे सर से। नफरत थी जहाँ तक शहे वाला को रिया से, नेकी को छुपाते थे सदा माँ ओ शमा से। गुरु जी प्यार भरियां अखां दे नाल ਸਭ ਵੱਲ ਦੇਖ ਰਹੇ, ਨਜ਼ਰਾਂ ਦੌੜਾ ਰਹੇ ਸਨ। ਲੋਕ ਸੇਵਾ ਵਿੱਚ ਲੱਕ ਬੰਨ੍ਹ ਕੇ ਜੁਟੇ ਹੋਏ ਸਨ। ਜੋ ਜਾਗਦਾ ਸੀ ਉਸ ਦਾ ਸਿਰ ਛੋਹ ਕੇ ਸੁਚੇਤ ਕਰਦੇ ਸਨ। ਵੱਡੇ ਸ਼ਹਿਨਸ਼ਾਹ ਨੂੰ ਦਿਖਾਵੇ ਤੋਂ ਇੰਨੀ ਨਫ਼ਰਤ ਸੀ ਕਿ ਆਪਣੇ ਕੀਤੇ ਪਰਉਪਕਾਰ ਵੀ ਨਹੀਂ ਜਿਤਾਉਂਦੇ ਸਨ। ਜਿਨ ਸਿੰਘੋਂ ਨੇ ਕਲ ਮੌਤ ਕੇ ਸਾਹਿਲ ਥਾ ਉਤਰਨਾ, कल सुबह था जिन खालसों ने जंग में मरना। बाली से शहीदों के हुआ जब के गुजरना। मुश्किल हुआ इस जान से कदम आगे को धरना। चूमा कभी हलकूम दहन चूमने बैठे। जब पाईती आए तो चरण चूमने बैठे। जिन्हां ਸਿੰਘਾਂ ਨੇ ਕੱਲ ਨੂੰ ਮੌਤ ਦੇ ਕੰਢੇ ਪੁੱਜਣਾ ਸੀ ਤੇ ਜਿਨ੍ਹਾਂ ਨੇ ਕੱਲ ਸਵੇਰੇ ਜੰਗ ਵਿੱਚ ਜਾਨ ਦੇਣੀ ਸੀ, ਜਿਨ੍ਹਾਂ ਨੇ ਸ਼ਹੀਦੀ ਰਾਹ ਗੁਜ਼ਰਨਾ ਸੀ, ਇਸ ਥਾਂ ਤੋਂ ਅੱਗੇ ਪੈਰ ਧਰਨਾ ਔਖਾ ਹੋ ਗਿਆ। ਉਹਨਾਂ ਦੇ ਕਦੀ ਗਲ ਤੇ ਕਦੀ ਮੂੰਹ ਚੁੰਮਣ ਲੱਗੇ ਜਦੋਂ ਉਹ ਗੁਰੂ ਜੀ ਦੇ ਪੈਰਾਂ ਵੱਲ ਉਹਨਾਂ ਦੇ ਕਦਮ ਚੁੰਮਣ ਲਈ ਆਏ। ਗੰਜੇ ਸ਼ਹੀਦਾਂ ਸਾਕਾ ਚਮਕੌਰ ਭਾਗ ਪਹਿਲਾ। ਲਿਖਤ ਹਕੀਮ ਅੱਲਾ ਯਾਰ ਖਾਂ ਜੋਗੀ। ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਬਾਕੀ ਭਾਗ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।